आप लिहो तुम कथा सुधारी। सतनाम श्री वाहिगुरु साहिब जी दोहरा। चेत चतुर्दश भी भई चाहत पे परलोक, व्याकुल तन की दशा बह देखत दास सशोक। वाहिगुरु जी का खालसा वाहिगुरु जी की फतेह। परम सन्मान जो गुरु खालसा साध संगत जी, गुरु के चरणों च हाजरियां भर के गुरबाणी ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਆਓ ਹੁਣ ਆਪਣੀਆਂ ਮਨ ਬਿਰਤੀਆਂ ਬਾਲਾ ਪ੍ਰੀਤਮ 8ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪਵਿੱਤਰ ਚਰਨਾਂ 'ਚ ਜੋੜ ਲਈਏ। ਗੁਰਦੁਆਰਾ ਬਾਲਾ ਸਾਹਿਬ ਦਿੱਲੀ ਦੇ ਅਸਥਾਨ ਤੇ ਗੁਰੂ ਸਾਹਿਬ ਜੀ ਬਿਰਾਜਮਾਨ ਹਨ। ਲਗਭਗ ਇੱਕ ਹਫ਼ਤਾ ਹੋ ਗਿਆ ਹੈ। ਸਾਰਾ ਸਰੀਰ ਮਾਤਾ ਦੇ ਛਾਲਿਆਂ ਨਾਲ ਭਰ ਗਿਆ ਹੈ ਔਰ ਛਾਲੇ ਪਿਲ ਪਿਲ ਕਰਦੇ ਨੇ। ਚਰਨਾਂ ਦੇ ਤਲੀਆਂ ਤੱਕ ਵੀ ਛਾਲੇ ਹੋ ਗਏ। ਸਾਰਾ ਸਰੀਰ ਇਸ ਕਸ਼ਟ ਵਿੱਚ। ਸੰਗਤਾਂ ਬੜੀਆਂ ਵਿਆਕੁਲ। ਮਾਤਾ ਕਿਸ਼ਨ ਕੌਰ ਜੀ ਅਤੇ ਸਾਰੀ ਸੰਗਤ ਚਿੰਤਾਤੁਰ ਹੈ। ਸਤਿਗੁਰੂ ਮਹਾਰਾਜ ਜੀ ਹੁਣ 14th ਵਾਲੇ ਦਿਨ ਚੇਤਰ ਦੀ 14th ਨੂੰ ਸੱਚਖੰਡ ਜਾਣ ਦੀਆਂ ਤਿਆਰੀਆਂ ਕਰ ਰਹੇ ਨੇ। ਆਓ ਇਹ ਕਥਾ ਪ੍ਰੇਮ ਨਾਲ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਧਰ ਕੇ ਆਖੀਏ ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੇਤ ਚਤੁਰਦਸ਼ ਵੀ ਭਈ ਚੇਤਰ ਦੀ 14th ਵਾਲਾ ਦਿਨ ਹੋ ਗਿਆ। ਚਾਹਤ ਪੇ ਪਰਲੋਕ, ਮਹਾਰਾਜ ਸੱਚਖੰਡ ਜਾਣਾ ਚਾਹੁੰਦੇ ਹਨ। ਵਿਆਕੁਲ ਤਨ ਕੀ ਦਸ਼ਾ ਬਹ, ਸਤਿਗੁਰੂ ਜੀ ਦੇ ਪਵਿੱਤਰ ਪਾਵਨ ਸਰੀਰ ਦੀ ਦਸ਼ਾ ਬਹੁਤ ਹੀ ਵਿਆਕੁਲ ਹੈ। ਸਾਰੇ ਸਰੀਰ ਦੇ ਉੱਤੇ ਛਾਲੇ ਹੀ ਛਾਲੇ ਹੋ ਚੁੱਕੇ ਹਨ। ਦੇਖਤ ਦਾਸ ਸਸ਼ੋਕ, ਔਰ ਗੁਰੂ ਦੀਆਂ ਸੰਗਤਾਂ ਬੜੇ ਬੈਰਾਗ ਨਾਲ ਬੜੇ ਸ਼ੋਕ ਨਾਲ ਇਹ ਹਾਲਾਤ ਨੂੰ ਤੱਕ ਰਹੀਆਂ ਹਨ। ਚੌਪਈ ਸੇਵਾ ਹੇਤ ਦਾਸ ਜੋ ਨੇੜੇ, ਜਿਹੜੇ ਮਹਾਰਾਜ ਦੀ ਸੇਵਾ ਵਾਸਤੇ ਸੇਵਾਦਾਰ ਨੇੜੇ ਹਨ। ਭਾਈ ਗੁਰਬਖਸ਼ ਜੀ ਵਰਗੇ ਨੇਤਰ ਉਗਾਰ ਤਿਨ ਹੋ ਦਸ਼ਹੇਰੇ, ਉਹਨਾਂ ਵੱਲ ਮਹਾਰਾਜ ਨੇਤਰ ਖੋਲ ਕੇ ਦੇਖਦੇ ਹਨ। ਕਰਿਓ ਹੁਕਮ ਹਮ ਚਲਹਿ ਪ੍ਰਲੋਕ, ਤੇ ਉਹਨਾਂ ਸਾਰਿਆਂ ਨੂੰ ਖਾਸ ਕਰਕੇ ਜਿਹੜੇ ਗੜਵਈ ਸਨ, ਮਹਾਰਾਜ ਦੇ ਨਿਕਟਵਰਤੀ ਸਨ, ਸੇਵਾਦਾਰ ਸਨ, ਸਤਿਗੁਰੂ ਜੀ ਨੇ ਹੁਕਮ ਕੀਤਾ, ਭਾਈ ਸਿੱਖੋ ਅਸੀਂ ਹੁਣ ਪਰਲੋਕ ਜਾਣਾ ਚਾਹੁੰਦੇ ਹਾਂ। ਜੇ ਦਰਸ਼ਨ ਕਾਂਖੀ ਸਭ ਲੋਕ, ਜਿਹੜੇ ਵੀ ਸਾਡੇ ਦਰਸ਼ਨਾਂ ਦੇ ਇੱਛੁਕ ਹਨ, ਦਰਸ਼ਨਾਂ ਦੇ ਚਾਹਵਾਨ ਹਨ। ਹੈ ਮਸੰਦ ਗੁਰ ਬਖਸ਼ ਸੇ ਮਾਲਾ, ਭਾਈ ਗੁਰਬਖਸ਼ ਜਿਹੜਾ ਗੁਰੂ ਕਾ ਸਿੱਖ ਮਿਹਨਤੋਂ ਸੇਵਾ ਕਰਦਾ ਹੈ। ਦਿੱਲੀ ਨਗਰ ਬਿਖੈ ਸਭ ਕਾਲਾ, ਮਹਾਰਾਜ ਕਹਿੰਦੇ ਦਿੱਲੀ ਦੇ ਵਿੱਚ ਸਾਡਾ ਜੋ ਭਾਈ ਗੁਰਬਖਸ਼ ਮਸੰਦ ਹੈ, ਤਿਸ ਤੇ ਆਦਿਕ ਅਪਰਜੇ ਅਹ। ਉਸ ਤੋਂ ਇਲਾਵਾ ਹੋਰ ਵੀ ਜਿਹੜੇ ਮਤੀਦਾਸ, ਭਾਈ ਦਰਗਾਹ ਮੱਲ ਵਗੈਰਾ ਗੁਰੂ ਘਰ ਦੇ ਮੁਖੀਏ ਸਿੱਖ ਹਨ। ਅਰ ਸਿੱਖ ਸੰਗਤ ਦਰਸ ਜੇ ਚਾਹ, ਜਿਹੜੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹਨ। ਤਿਨ ਸਭ ਹਿਨ ਕੋ ਆਨ ਹਕਾਰ, ਮਹਾਰਾਜ ਕਹਿੰਦੇ ਭਾਈ ਗੁਰਬਖਸ਼ ਜਾ ਹੁਣ ਸਾਰੀ ਸੰਗਤ ਨੂੰ ਬੁਲਾ ਲੈ, ਸਾਰੀ ਸੰਗਤ ਨੂੰ ਸੱਦ ਲੈ। ਉਹਨਾਂ ਨੂੰ ਕਹੋ ਵੀ ਜਿਹੜੇ ਸਾਡੇ ਦਰਸ਼ਨ ਕਰਨਾ ਚਾਹੁੰਦੇ ਨੇ ਆ ਕੇ ਦਰਸ਼ਨ ਕਰ ਲੈਣ। ਪਾਵਹਿ ਦਰਸ ਆਨ ਦਰਬਾਰ, ਉਹ ਗੁਰੂ ਦਰਬਾਰ ਵਿੱਚ ਆ ਕੇ ਆਪਣੇ ਗੁਰਦੇਵ ਦੇ ਅੰਤਮ ਦਰਸ਼ਨ ਕਰ ਲੈਣ। ਸੁਨਤ ਬਿਲੋਚਨ ਦਾਸਨ ਭਰੇ, ਜਦੋਂ ਇਹ ਬਚਨ ਕਹੇ ਨਾ, ਨੇਤਰ ਖੋਲੇ ਬਾੜੇ ਜੇ ਮਹਾਰਾਜ ਨੇ ਤੇ ਭਾਈ ਗੁਰਬਖਸ਼ ਨੂੰ ਆਹ ਗੱਲ ਕਹੀ, ਉਸ ਵੇਲੇ ਸਾਰੇ ਜਿਹੜੇ ਸੇਵਾਦਾਰ ਸਨ, ਮਾਤਾ ਕਿਸ਼ਨ ਕੌਰ ਜੀ ਦੇ ਨਾਲ ਹੋਰ ਸਾਰੇ ਹੀ ਮੁਖੀਆਂ ਸਿੱਖਾਂ ਦੀਆਂ ਅੱਖਾਂ 'ਚ ਹੰਝੂ ਆ ਗਏ। ਤਤ ਛਿਨ ਅਛਰੂ ਬੂੰਦ ਗਿਰ ਪਰੇ, ਉਸੇ ਵੇਲੇ ਅੱਖਾਂ ਵਿੱਚੋਂ ਜਲ ਦੇ ਹੰਝੂ ਜਿਹੜੇ ਹਨ, ਅਥਰੂ ਜਿਹੜੇ ਨੇ ਡਿੱਗ ਪਏ ਸਿੱਖਾਂ ਦੇ। ਬੈਰਾਗ ਵਿੱਚ ਮਨ ਭਰ ਗਿਆ ਸਿੱਖਾਂ ਦਾ। ਮਾਤਾ ਅਦਕ ਸਭਿਨ ਸੁਨਾਏ, ਮਾਤਾ ਜੀ ਮਾਤਾ ਕਿਸ਼ਨ ਕੌਰ ਜੀ ਦਾ ਮਨ ਦਹਿਲ ਗਿਆ ਜਦੋਂ ਸਤਿਗੁਰਾਂ ਨੇ ਆਖਿਆ ਵੀ ਅਸੀਂ ਹੁਣ ਚਲੇ ਜਾਣਾ ਹੈ, ਅੱਜ ਸਾਡੀ ਤਿਆਰੀ ਹੈ। ਭਾਈ ਜਿਹਨੇ ਵੀ ਆਉਣਾ ਆ ਕੇ ਸਾਨੂੰ ਮਿਲ ਲਓ, ਦਰਸ਼ਨ ਕਰ ਲਓ। ਸਮਦਾਇਨ ਕੋ ਸ਼ੋਕ ਉਪਾਏ, ਮਾਤਾ ਕਿਸ਼ਨ ਕੌਰ ਜੀ ਦੀ ਅੱਖਾਂ ਜਦੋਂ ਭਰ ਗਈਆਂ, ਬੈਰਾਗ ਲੱਗ ਪਏ ਕਰਨ।
ਤੇ ਬਾਕੀ ਸਾਰੀਆਂ ਸੰਗਤਾਂ ਦੇ ਵਿੱਚ ਸ਼ੋਕ ਦੀ ਲਹਿਰ ਛਾ ਗਈ। ਪੁਨ ਕਰ ਬਖਸ਼ਹ ਕਾਰਨ ਕਰਿਓ। ਭਾਈ ਗੁਰਬਖਸ਼ ਜੀ ਨੇ ਫਿਰ ਸਾਰੀ ਸੰਗਤ ਨੂੰ ਹੁਕਮ ਸੁਣਾਇਆ ਵੀ ਆ ਜਾਓ ਭਾਈ, ਮਹਾਰਾਜ ਦਾ ਹੁਕਮ ਹੈ ਵੀ ਜਿਹਨੇ ਮਿਲਣਾ ਹੈ ਦਰਸ਼ਨ ਕਰਨੇ ਹਨ, ਆ ਕੇ ਦਰਸ਼ਨ ਕਰ ਲੋ। ਸੁਨ ਕਰ ਨੇਤਰਨ ਮਹਿ ਜਲ ਭਰਿਓ। ਸੁਣ ਕੇ ਭਾਈ ਗੁਰਬਖਸ਼ ਦੇ ਅਤੇ ਸਾਰੀ ਸੰਗਤ ਦੇ ਅੱਖਾਂ ਵਿੱਚ ਜਲ ਛਾ ਗਿਆ। ਜਿਹੜਾ ਜਿਹੜਾ ਵੀ ਸੁਣਦਾ ਹੈ ਨਾ, ਉਹਦੇ ਮਨ 'ਚ ਹੌਲ ਉੱਠਦੇ ਨੇ ਤੇ ਉਸੇ ਵੇਲੇ ਅੱਖਾਂ ਵਿੱਚੋਂ ਜਲ ਪਰਲ ਵਗਣ ਲੱਗ ਜਾਂਦਾ ਹੈ। ਅਪਰ ਸਿੱਖ ਸੰਗਤ ਬੁਲਵਾਏ। ਹੋਰ ਸਾਰੀ ਸਿੱਖ ਸੰਗਤ ਨੂੰ ਬੁਲਾ ਕੇ ਦਰਸ਼ਨ ਕੇ ਕਾਰਨ ਚਲ ਆਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਲਿਆਂਦਾ ਹੈ। ਦਰਸ਼ਨਾਂ ਵਾਸਤੇ ਸੰਗਤਾਂ ਆ ਰਹੀਆਂ ਦਿੱਲੀ ਦੀਆਂ। ਹਿਰਦੇ ਬਸੂਰਤ ਮੁਖ ਮੁਰਝਾਏ। ਸਾਰੇ ਸਿੱਖਾਂ ਦੇ ਹਿਰਦੇ ਮੁਰਝਾ ਗਏ ਨੇ, ਚਿਹਰੇ ਦੇ ਉੱਤੇ ਉਦਾਸੀ ਛਾ ਗਈ ਹੈ। ਕਿਸੇ ਸਿੱਖ ਦੇ ਚਿਹਰੇ ਤੇ ਰੌਣਕ ਨਹੀਂ ਰਹੀ। ਜਿਸ ਪਿਆਰੇ ਸਿਉਨੇ ਹੋ ਤਿਸ ਆਗੇ ਮਰ ਚੱਲੀ ਹੈ। ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨ। ਇਹ ਜਿਹੜੀ ਭਾਰੀ ਦੁੱਖ ਦੀ ਖਬਰ ਸੁਣੀ ਹੈ, ਗੁਰੂ ਕੇ ਸਿੱਖ ਬੈਰਾਗਵਾਨ ਹੋ ਗਏ ਹਨ। ਤੂਸ਼ਨ ਠਾਨ ਪਹੁੰਚ ਤਿਸ ਥਾਏ। ਔਰ ਸਾਰੇ ਹੀ ਗੁਰੂ ਕੇ ਸਿੱਖ ਬਾਲਾ ਸਾਹਿਬ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਹੈ, ਜਮਨਾ ਦੇ ਕੰਢੇ ਤੇ ਉੱਥੇ ਪਹੁੰਚਣ ਲੱਗ ਪਏ ਹਨ। ਜੈ ਸਿੰਘ ਆਦ ਅਪਰ ਨਰ ਘਨੇ। ਰਾਜਾ ਜੈ ਸਿੰਘ ਅਤੇ ਹੋਰ ਸ਼ਹਿਰ ਦੇ ਲੋਕ, ਉਤਲਾਵਤ ਚਿਤ ਚਿੰਤਾ ਸਨੇ। ਉਹ ਵੱਡੇ ਵੱਡੇ ਬੰਦੇ ਵੀ ਮਹਾਰਾਜ ਦੇ ਦਰਸ਼ਨਾਂ ਲਈ ਬੜੀ ਕਾਹਲੀ ਨਾਲ ਦੌੜੇ ਹਨ। ਰਾਜਾ ਆਪਣੇ ਬੰਗਲੇ ਵਿੱਚੋਂ ਦੌੜਿਆ, ਫਟਾਫਟ ਬਾਲਾ ਸਾਹਿਬ ਪਹੁੰਚਿਆ ਹੈ। ਸਕਲ ਆਨ ਪਹੁੰਚੇ ਜਬ ਪਾਰ। ਜਦੋਂ ਸਾਰੇ ਸਿੱਖ, ਸਾਰੀਆਂ ਸੰਗਤਾਂ, ਸ਼ਹਿਰ ਦੇ ਲੋਕ, ਗੁਰੂ ਕੇ ਪਿਆਰੇ, ਵੱਡੇ ਛੋਟੇ, ਗਰੀਬ ਅਮੀਰ ਸਭ ਆ ਗਏ। ਪਈ ਭੀਰ ਤਿਰ ਪੇਤ ਸਿਖਾਰ। ਬਹੁਤ ਸੰਗਤਾਂ ਦਾ ਇਕੱਠ ਹੋ ਗਿਆ। ਦਿੱਲੀ ਸ਼ਹਿਰ ਸਾਰਾ ਹੀ ਟੁੱਕ ਪਿਆ। ਬਹੁਤ ਸੰਗਤਾਂ ਬਾਲਾ ਸਾਹਿਬ ਇਕੱਤਰ ਹੋ ਗਈਆਂ। ਅੰਤਰ ਸਤਗੁਰ ਨਿਕਟ ਜਨਾਇਹ। ਅੰਦਰ ਮਹਾਰਾਜ ਨੂੰ ਖਬਰ ਦਿੱਤੀ। ਪਲੰਘੇ ਤੇ ਪਏ ਹੋਏ ਸਨ ਤੇ ਸਰੀਰ ਜਿਹੜਾ ਸੀ ਉਹ ਛਾਲੇ ਛਾਲੇ ਹੋਇਆ ਪਿਆ ਸੀ। ਮਹਾਰਾਜ ਸੱਚੇ ਪਾਤਸ਼ਾਹ ਨੂੰ ਜਾ ਕੇ ਭਾਈ ਗੁਰਬਖਸ਼ ਨੇ ਬੇਨਤੀ ਕੀਤੀ। ਸੁਨ ਸੁਧ ਜੈਪੁਰ ਕੋ ਪਤ ਆਇਹ। ਇਹ ਸੱਚੇ ਪਾਤਸ਼ਾਹ ਜੀ, ਜੈ ਸਿੰਘ ਰਾਜਾ ਅਤੇ ਦਿੱਲੀ ਦੀ ਸਾਰੀ ਸੰਗਤ ਆਪ ਜੀ ਦੀ ਖਬਰ ਲੈਣ ਲਈ ਪਹੁੰਚੀ ਹੈ। ਬ੍ਰਿੰਦ ਮਸੰਦ ਸੰਗਤਾ ਸਾਰੀ। ਸਾਰੇ ਮਸੰਦ ਵੀ ਹਾਜ਼ਰ ਹੋ ਗਏ ਨੇ ਤੇ ਸੰਗਤਾਂ ਵੀ ਸਾਰੀਆਂ ਆ ਗਈਆਂ ਨੇ। ਗੁਰੂ ਜੀ ਆਨ ਥਰੀ ਸਭ ਪਾਰ ਅਗਾਰੀ। ਆਪ ਜੀ ਦੇ ਦਰ ਦੇ ਉੱਤੇ ਬੇਅੰਤ ਸੰਗਤਾਂ ਦਾ ਇਕੱਠ ਇਕੱਠਾ ਹੋ ਗਿਆ ਹੈ। ਸੁਨ ਕਰ ਸ਼੍ਰੀ ਹਰਿ ਕ੍ਰਿਸ਼ਨ ਉਚਾਰਾ। ਮਹਾਰਾਜ ਨੇ ਭਾਈ ਗੁਰਬਖਸ਼ ਦੀ ਬੇਨਤੀ ਸੁਣ ਕੇ ਆਪਣੇ ਪਾਵਨ ਮੁਖਾਰ ਬਿੰਦ ਤੋਂ ਇਹ ਬਚਨ ਆਖੇ ਹਨ। ਫਰਸ਼ਡ ਸਾਵਹ ਵਿਭਿਦ ਪ੍ਰਕਾਰਾ। ਮਹਾਰਾਜ ਕਹਿੰਦੇ ਵਧੀਆ ਵਧੀਆ ਕਲੀਨ ਗਲੀਚੇ ਫਰਸ਼ ਵਿਛਾ ਦਿਓ, ਜਿੱਥੇ ਸੰਗਤਾਂ ਬੈਠ ਕੇ ਦੀਵਾਨ ਲਾਣਗੀਆਂ। ਆਨ ਸਬਨ ਕੋ ਦੇਹ ਬਿਠਾਏ। ਔਰ ਜਿੰਨੀ ਸੰਗਤ ਆਈ ਹੈ ਸਾਰਿਆਂ ਨੂੰ ਬਿਠਾਓ। ਦਰਸ਼ਨ ਕਰਹਿ ਕਾਮ ਨਾ ਪਾਏ। ਔਰ ਅਸੀਂ ਸਾਰਿਆਂ ਨੂੰ ਦਰਸ਼ਨ ਦੇਵਾਂਗੇ, ਸਾਰਿਆਂ ਦੀਆਂ ਮਨੋਕਾਮਨਾ ਪੂਰੀਆਂ ਕਰਾਂਗੇ। ਗਇਓ ਮੇਵੜਾ ਆਇਸ ਲੈ ਕੇ। ਮਹਾਰਾਜ ਦੀ ਆਗਿਆ ਲੈ ਕੇ ਗੁਰੂ ਘਰ ਦਾ ਅਰਦਾਸੀਆ ਮੇਵੜਾ ਬਾਹਰ ਨਿਕਲਿਆ ਹੈ। ਅੰਤਰ ਸਕਲਹ ਕਾਰਨ ਕਹਿ ਕੈ। ਔਰ ਸਾਰਿਆਂ ਨੂੰ ਅੰਦਰ ਸੱਦਿਆ ਹੈ ਤੇ ਗਲੀਚੇ ਕਾਲੀਨ ਵਿਛਾ ਦਿੱਤੇ ਹਨ। ਸ਼੍ਰੀ ਸਤਿਗੁਰ ਤਬ ਹੋਇਆ ਸਾਵਧਾਨਾ। ਮਹਾਰਾਜ ਉਸ ਵੇਲੇ ਸਾਵਧਾਨ ਹੋ ਗਏ ਨੇ ਬੈਠੇ ਦਰਸ਼ਨ ਦੇਨ ਸਜਾਨਾ। ਤੇ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਉੱਠ ਬੈਠੇ ਹਨ। ਹਾਲਾਂਕਿ ਸਰੀਰ ਦੀ ਦਸ਼ਾ ਐਸੀ ਦਿਖ ਰਹੀ ਸੀ ਵੀ ਬਹਿ ਨਹੀਂ ਸਕਦੇ, ਕਿਸੇ ਨਾਲ ਬਚਨ ਵੀ ਨਹੀਂ ਕਰ ਸਕਦੇ। ਸਾਰੇ ਸਰੀਰ ਦੇ ਉੱਤੇ ਛਾਲੇ ਹੀ ਛਾਲੇ ਸਨ। ਇਹ ਜਿਹੜੀ ਵੱਡੀ ਮਾਤਾ ਕਹਿੰਦੇ ਨਿਕਲਦੀ ਹੈ ਨਾ, ਫਿਰ ਸਾਧ ਸੰਗਤ ਜੀ ਬਹੁਤ ਸਰੀਰ ਨੂੰ ਤੋੜਦੀ ਹੈ। ਕਈਆਂ ਦੇ ਤਾਂ ਨੇਤਰ ਹੀ ਚਲੇ ਜਾਂਦੇ ਹਨ, ਕਈਆਂ ਦੇ ਹੋਰ ਸਰੀਰ ਅੰਗ ਭੰਗ ਹੋ ਜਾਂਦੇ ਹਨ। ਸੋ ਐਸੀ ਇਹ ਭਿਆਨਕ ਬਿਮਾਰੀ ਜਿਸ ਨੂੰ ਚੇਚਕ ਵੀ ਕਹਿੰਦੇ, ਸੀਤਲਾ ਵੀ ਕਹਿੰਦੇ ਆ, ਉਹਦੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦਾ ਸਰੀਰ ਕਸ਼ਟ ਵਿੱਚ ਸੀ ਤੇ ਹੁਣ ਸਤਿਗੁਰੂ ਜੀ ਸੰਗਤਾਂ ਨੂੰ ਦਰਸ਼ਨ ਦੇਣ ਲਈ ਸਾਵਧਾਨ ਹੋ ਕੇ ਬੈਠ ਗਏ ਹਨ। ਪਿਖ ਗੁਰ ਬਖਸ਼ਹ ਜੈਪੁਰ ਨਾਥ। ਭਾਈ ਗੁਰਬਖਸ਼ ਨੂੰ ਵੇਖ ਕੇ ਜੈਪੁਰ ਦਾ ਰਾਜਾ ਜੈ ਸਿੰਘ ਪਰਵਿਸ਼ਿਓ ਅੰਤਰ ਗਹਿ ਤਿਸ ਹਾਥ। ਭਾਈ ਗੁਰਬਖਸ਼ ਦਾ ਹੱਥ ਫੜ ਕੇ
ਸਾਧ ਸੰਗਤ ਜੀ ਮਹਾਰਾਜ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਹੈ ਰਾਜਾ ਜੈ ਸਿੰਘ। ਇਨ ਦੋਇਨ ਤੇ ਪੀਛਾ ਸਾਰੇ। ਜਦੋਂ ਭਾਈ ਗੁਰਬਖਸ਼ ਤੇ ਜੈ ਸਿੰਘ ਦੋਵੇਂ ਅੰਦਰ ਵੜੇ ਹਨ ਤਾਂ ਸਾਰੀਆਂ ਸੰਗਤਾਂ ਉਹਨਾਂ ਦੇ ਪਿੱਛੇ ਪਿੱਛੇ ਅੰਦਰ ਆ ਗਈਆਂ ਹਨ। ਆਨ ਪਰੇ ਚਿੰਤਾ ਚਿਤ ਧਾਰੇ। ਸਭ ਦੇ ਚਿਹਰਿਆਂ ਦੇ ਉਦਾਸੀ ਹੈ, ਬੜੀ ਚਿੰਤਾ ਹੈ। ਗੁਰਤਨ ਪੇਖਿਓ ਬਰਿੰਦ ਬਿਸਫੋਟ। ਸਤਿਗੁਰੂ ਦੇ ਸਰੀਰ ਤੇ ਬਹੁਤ ਸਾਰੇ ਛਾਲੇ ਹੀ ਛਾਲੇ ਹਨ, ਇਹ ਵੇਖਿਆ ਹੈ। ਭਰੇ ਸਰਬ ਦੀਰਘ ਕੋ ਛੋਟ। ਵੱਡੇ ਛੋਟੇ ਸਾਰੇ ਸਰੀਰ ਦੇ ਉੱਤੇ ਛਾਲੇ ਮਾਤਾ ਦੇ ਨਿਕਲੇ ਹੋਏ ਹਨ। ਕਰ ਬੰਧ ਹੈ ਬੰਧਨ ਕੋ ਧਾਰ ਹੈ। ਹੱਥ ਜੋੜ ਜੋੜ ਕੇ ਸਾਰੀਆਂ ਸੰਗਤਾਂ ਚਰਨਾਂ 'ਚ ਮੱਥਾ ਟੇਕਦੀਆਂ ਹਨ ਕੇਚਤ ਹੇਰ ਹੋਤ ਬਲਿਹਾਰ। ਤੇ ਮਹਾਰਾਜ ਦੇ ਦਰਸ਼ਨ ਕਰ ਕਰਕੇ ਪ੍ਰੇਮੀ ਸਿੱਖ ਬਲਿਹਾਰ ਬਲਿਹਾਰ ਜਾਂਦੇ ਹਨ। ਜਥਾ ਉਚਿਤ ਬੈਠੇ ਤਰਮਾਨ। ਸਾਰੇ ਹੀ ਆਪੋ ਆਪਣੀ ਥਾਂ ਤੇ ਬੈਠ ਗਏ ਨੇ, ਪਰ ਕੋਈ ਬੋਲਦਾ ਨਹੀਂ। ਸਭ ਦੇ ਚਿਹਰੇ ਤੇ ਉਦਾਸੀ ਹੈ। ਕੀ ਬੋਲੀਏ, ਕੀ ਆਖੀਏ, ਕੀ ਭਾਣਾ ਵਰਤ ਰਿਹਾ ਹੈ, ਕੋਈ ਸਮਝ ਨਹੀਂ ਆਉਂਦੀ। ਕਰਤ ਬਿਲੋਕਨ ਬੋਲਹ ਕੌਣ। ਸਾਰੇ ਵੇਖੀ ਜਾਂਦੇ ਹਨ, ਕੋਈ ਬੋਲਦਾ ਨਹੀਂ। ਜੈਪੁਰ ਪਤ ਕੋ ਰੁਖ ਲਖ ਲਖ ਕਰਕੇ। ਰਾਜਾ ਜੈ ਸਿੰਘ ਦਾ ਰੁਖ ਜਾਣ ਕੇ, ਉਹਦਾ ਇਰਾਦਾ ਸਮਝ ਕੇ ਕਹਿ ਗੁਰ ਬਖਸ਼ ਨਮਰਤਾ ਧਰ ਕੇ। ਭਾਈ ਗੁਰਬਖਸ਼ ਨੇ ਬੜੀ ਨਿਮਰਤਾ ਨਾਲ ਆਖਿਆ, ਸ਼੍ਰੀ ਸਤਿਗੁਰੂ ਆਪ ਸਰਬੱਗਿਆ। ਹੇ ਸੱਚੇ ਪਾਤਸ਼ਾਹ, ਹੇ ਗਰੀਬ ਨਵਾਜ, ਆਪ ਸਰਬ ਕਲਾ ਦੇ ਗਿਆਤਾ ਹੋ। ਕਿਆ ਕਹਿ ਸਕਹਿ ਜੇ ਨਰ ਅਲਪਗਿਆ। ਅਸੀਂ ਥੋੜੀ ਬੁੱਧੀ ਵਾਲੇ, ਘੱਟ ਬੁੱਧੀ ਵਾਲੇ ਅਲਪਗ ਜੀਵ ਹਾਂ। ਇਹ ਸੱਚੇ ਪਾਤਸ਼ਾਹ, ਆਪ ਜੀ ਦੀ ਗਤ ਮਿਤ ਨੂੰ ਨਹੀਂ ਜਾਣ ਸਕਦੇ। ਅਸੀਂ ਕੀ ਕਹਿ ਸਕਦੇ ਹਾਂ? ਮਹਾਰਾਜ ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ। ਪਲ ਹੈ ਅਕਿਰਤ ਕਣਾ, ਪੂਰਨ ਦ੍ਰਿਸ਼ਟ ਤੇਰੀ ਰਾਮ। ਮਹਾਰਾਜ ਅਸੀਂ ਕਲਯੁਗੀ ਜੀਵ ਹਾਂ, ਆਪ ਤ੍ਰਿਲੋਕੀ ਦੇ ਨਾਥ ਹੋ। ਤਉ ਆਪਨੋ ਹਿਤ ਚਿਤ ਚਾਹੈ। ਫਿਰ ਵੀ ਮਹਾਰਾਜ ਅਸੀਂ ਚਾਹੁੰਦੇ ਹਾਂ ਵੀ ਆਪ ਜੀ ਦਾ ਸਰੀਰ ਰਾਜੀ ਹੋ ਜਾਵੇ, ਆਪ ਜੀ ਨੂੰ ਕੋਈ ਕਸ਼ਟ ਨਾ ਆਵੇ। ਸਮਰਥਨ ਟਿਗ ਬਿਨਤੀ ਕਹੈ। ਆਪ ਜੀ ਸਮਰੱਥ ਹੋ, ਅਸੀਂ ਮਹਾਰਾਜ ਕੁਝ ਵੀ ਨਹੀਂ ਕਰ ਸਕਦੇ, ਬਸ ਬੇਨਤੀ ਕਰ ਸਕਦੇ ਹਾਂ। ਸਾਡੇ ਕੋਲ ਤਾਂ ਇੱਕ ਅਰਦਾਸ ਹੀ ਹੈ ਜਿਹੜੀ ਆਪ ਦੇ ਚਰਨਾਂ 'ਚ ਗੁਜ਼ਾਰ ਸਕਦੇ ਹਾਂ। ਆਗਿਆ ਪਏ ਸਪਤ ਗੁਰ ਜੋਏ। ਪਹਿਲਾਂ 7 ਪਾਤਸ਼ਾਹੀਆਂ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਆਪ ਜੀ ਦੇ ਗੁਰਦੇਵ ਪਿਤਾ ਜੀ ਤੱਕ ਹੋ ਚੁੱਕੀਆਂ ਹਨ। ਦਾਸ ਕਿਦਾ ਲਾਇਕ ਸਤ ਕੋਏ। ਉਹਨਾਂ ਦੇ ਸਮੇਂ ਮਰਜ਼ਾਦਾ ਚੱਲੀ ਆਈ ਹੈ ਵੀ ਜਾਂ ਤਾਂ ਕੋਈ ਯੋਗ ਸੇਵਾਦਾਰ ਸੇਵਾ ਕਰਕੇ ਉਸ ਪਦਵੀ ਨੂੰ ਪਹੁੰਚਿਆ ਹੋਵੇ, ਜਾਂ ਸਤਿਗੁਰਾਂ ਦਾ ਆਪਣਾ ਕੋਈ ਪੁੱਤਰ ਆਗਿਆਕਾਰੀ ਉਸ ਗੱਦੀ ਤੇ ਬੈਠਣ ਦਾ ਅਧਿਕਾਰੀ ਹੋਵੇ। ਸਭ ਵਿਦ ਤੇ ਸਮਰੱਥ ਤਿਸ ਕਰਕੇ। ਉਹਨੂੰ ਗੱਦੀ ਦੇ ਕੇ, ਹਰ ਤਰ੍ਹਾਂ ਦੀ ਸਮਰੱਥਾ ਦੇ ਕੇ, ਪਾਵਰ ਦੇ ਕੇ ਆਪਣੀ ਕਲਾ ਪੂਰੀ ਉਹਦੇ 'ਚ ਟਿਕਾ ਦਿੰਦੇ ਸਨ। ਗੁਰਤਾ ਗਾਦੀ ਪਰ ਬੈਠਰ ਕੇ। ਤੇ ਗੁਰਤਾ ਗੱਦੀ ਤੇ ਬਿਠਾਉਂਦੇ ਸਨ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਹੁੰਦੇ ਹੀ ਆਪਣੇ ਸੇਵਕ ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ, ਜੋ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਪ੍ਰਗਟ ਹੋਏ। ਫਿਰ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਅਮਰਦਾਸ ਜੀ ਇਸੇ ਤਰ੍ਹਾਂ ਹੀ ਪਾਤਸ਼ਾਹੀਆਂ ਆਉਂਦੀਆਂ ਰਹੀਆਂ। ਆਪ ਜੀ ਨੂੰ ਗੱਦੀ ਦੇ ਕੇ 7ਵੇਂ ਪਾਤਸ਼ਾਹ ਜੀ ਮਹਾਰਾਜ ਵੀ ਸੱਚਖੰਡ ਚਲੇ ਗਏ ਸਨ। ਸਕਲ ਸੰਗਤਾ ਆਦਮ ਸੰਦ। ਜਿਸ ਨੂੰ ਵੀ ਗੁਰੂ ਸਾਹਿਬ ਆਪ ਹੁੰਦੇ ਪਰਜੇ ਹੁੰਦਾ ਪ੍ਰਤੱਖ ਗੁਰੂ ਬਹਿ ਟਿਕਿਆ। ਤਿਸ ਜਨ ਕੀ ਵਡਿਆਈ ਵੱਡੀ ਹੋਈ, ਤਿਸ ਕੋ ਜਗਤ ਨਿਵਿਆ ਸਭ ਪੈਰੀ ਪਿਆ। ਜਸ ਵਰਤਿਆ ਲੋਈ, ਤਿਸ ਕੋ ਖੰਡ ਬ੍ਰਹਮੰਡ ਸਭ ਨਮਸਕਾਰ ਕਰਹਿ। ਜਿਸ ਕੈ ਮਸਤਕ ਹੱਥ ਧਰਿਆ ਗੁਰ ਪੂਰੈ, ਸੋ ਪੂਰਾ ਹੋਈ। ਭਾਵ ਸਤਿਗੁਰੂ ਜਿਸ ਨੂੰ ਗੱਦੀ ਦਿੰਦੇ ਸਨ, ਸਾਰੇ ਮਸੰਦ ਤੇ ਸਾਰੀਆਂ ਸੰਗਤਾਂ ਉਸੇ ਨੂੰ ਹੀ ਗੁਰੂ ਮੰਨਦੀਆਂ ਸਨ। ਕਰ ਕਹਿਵਾਏ ਦਾਸ ਜੇ ਬ੍ਰਿੰਦ। ਔਰ ਮਹਾਰਾਜ ਮੱਥਾ ਟਿਕਾ ਦਿੰਦੇ ਸਨ, ਆਪਣੇ ਹੁੰਦਿਆਂ ਹੀ ਸਾਰੀ ਮਰਜ਼ਾਦਾ ਨਿਭਾ ਜਾਂਦੇ ਸਨ। ਬਾਹਰ ਚਹਿ ਪਰ ਲੋਕ ਪਿਆਨਾ। ਫਿਰ ਆਪ ਸੱਚਖੰਡ ਪਿਆਨਾ ਕਰਨਾ ਚਾਹੁੰਦੇ ਸਨ। ਇਹ ਮਰਜ਼ਾਦਾ ਗੁਰੂ ਨਾਨਕ ਦੇਵ ਜੀ ਤੋਂ ਚੱਲੀ ਹੈ ਤੇ ਤੁਹਾਡੇ ਪਿਤਾ ਜੀ ਤੱਕ ਉਸੇ ਤਰ੍ਹਾਂ ਹੀ ਚੱਲਦੀ ਆਈ ਹੈ। ਕਰਤ ਰਹੇ ਜਨ ਗਨ ਦੁਖਹਾਨਾ। ਔਰ ਆਪਣੇ ਸੇਵਕਾਂ ਦੇ ਦੁੱਖ ਦੂਰ ਕਰਨ ਲਈ ਸੰਗਤ ਨੂੰ ਕਿਸੇ ਦੇ ਲੜ ਲਾ ਕੇ ਜਾਂਦੇ ਸਨ। ਜੈਪੁਰ ਨਾਥ ਸਹਿਤ ਇਸ ਬੇਰੀ। ਇਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਜਾ ਜੈ ਸਿੰਘ ਸਮੇਤ ਜਿੰਨੀ ਵੀ ਸੰਗਤ ਇੱਥੇ ਖੜੀ ਹੈ, ਬਿਨਤੀ ਸੁਨਹੋ ਸੰਗਤਾ ਕੇਰੀ। ਇਹ ਸਾਰੀ ਸੰਗਤ ਦੀ ਇਹੀ ਬੇਨਤੀ ਹੈ,
ਆਪ ਜੀ ਤੋਂ ਜਾਣਨਾ ਚਾਹੁੰਦੇ ਆ ਵੀ ਆਪ ਜੀ ਸਾਨੂੰ ਕਿਹਦੇ ਲੜ ਲਾ ਕੇ ਚੱਲੇ ਹੋ। ਸਭ ਦਾਸਨ ਪਰ ਕਰੁਣਾ ਕਰੀਏ। ਆਪ ਆਪਣੇ ਸੇਵਕਾਂ ਤੇ ਕਿਰਪਾ ਕਰੋ। ਭੋਗੋ ਬਪ ਕੋ ਦਰਸ ਦਿਖਾਰੀਏ। ਪਹਿਲੀ ਬੇਨਤੀ ਤਾਂ ਇਹ ਹੈ ਵੀ ਆਪ ਚੋਲਾ ਛੱਡੋ ਹੀ ਨਾ। ਅਜੇ ਕਿਹੜੀ ਚੋਲਾ ਛੱਡਣ ਦੀ ਉਮਰ ਹੈ। ਪੌਣੇ 8 ਸਾਲ ਦੇ ਸੀ ਮਹਾਰਾਜ ਜਦੋਂ ਸੱਚਖੰਡ ਗਏ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਲੰਮੀ ਆਯੂ ਭੋਗੋ ਔਰ ਸੰਗਤਾਂ ਦੇ ਬੇੜੇ ਬੰਨੇ ਲਾਓ। ਤਰੁਣ ਹੋਏ ਸੰਤਤ ਉਪਜਾਵਹ। ਆਪ ਜੀ ਵੱਡੇ ਹੋਵੋਗੇ, ਆਪ ਜੀ ਦਾ ਵਿਆਹ ਆਨੰਦ ਕਾਰਜ ਹੋਵੇਗਾ, ਬੱਚੇ ਹੋਣਗੇ। ਉਹਨਾਂ ਵਿੱਚੋਂ ਕੋਈ ਯੋਗ ਸਾਹਿਬਜ਼ਾਦਾ ਇਸ ਗੱਦੀ ਤੇ ਸੁਭਾਏਮਾਨ ਕਰਕੇ ਇਹ ਸੰਗਤ ਦਾ ਭਲਾ ਕਰਿਆ ਜੇ। ਬਨਹੁ ਉਚਿਤ ਜਬ ਹੂੰ ਲਖ ਪਾਵਹ। ਜਦੋਂ ਆਪ ਜੀ ਯੋਗ ਸਮਝੋਗੇ ਵੀ ਗੁਰੂ ਨਾਨਕ ਦੀ ਫੁਲਵਾੜੀ ਨੂੰ ਸਾਂਭਣ ਵਾਲਾ ਕੋਈ ਮਾਲੀ ਆ ਗਿਆ ਹੈ, ਆਪਣੇ ਥਾਨ ਬਿਠਾਵਨ ਕੀਜੈ। ਉਸ ਵੇਲੇ ਉਹਨੂੰ ਆਪਣੀ ਥਾਂ ਤੇ ਬਿਠਾ ਕੇ ਗੁਰਤਾ ਗੱਦੀ ਦੇ ਕੇ ਪੁਨ ਪਰ ਲੋਕ ਜਾਣੇ ਮਨ ਦੀਜੈ। ਫਿਰ ਮਹਾਰਾਜ ਆਪ ਜੀ ਸੱਚਖੰਡ ਜਾਇਆ ਜੇ। ਮ੍ਰਿਤ ਸੁਛੰਦ ਤੁਮ ਹੋ ਸਮਰੱਥ। ਕਿਉਂਕਿ ਆਪ ਜੀ ਮਾਲਕ ਹੋ, ਆਪਣੀ ਮਰਜ਼ੀ ਨਾਲ ਇਸ ਸੰਸਾਰ 'ਚ ਆ ਸਕਦੇ ਹੋ, ਆਪਣੀ ਮਰਜ਼ੀ ਨਾਲ ਜਾ ਸਕਦੇ ਹੋ। ਤੁਹਾਡੇ ਉੱਤੇ ਕਿਸੇ ਦਾ ਹੁਕਮ ਤਾਂ ਹੈ ਨਹੀਂ ਵੀ ਤੁਹਾਨੂੰ ਕੋਈ ਮਾਰੇ ਜਵਾਏ। ਆਪਣੀ ਮਰਜ਼ੀ ਨਾਲ ਹੀ ਅਵਤਾਰ ਧਾਰਿਆ ਹੈ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਸੋ ਆਪ ਜੀ ਸੁਛੰਦ ਹੋ, ਆਜ਼ਾਦ ਹੋ ਸਤਿਗੁਰੂ ਜੀ। ਆਪਣੀ ਮਰਜ਼ੀ ਨਾਲ ਜਦੋਂ ਮਰਜ਼ੀ ਚਲੇ ਜਾਇਆ ਜੇ। ਕਿਰਪਾ ਕਰੋ ਅਜੇ ਸੰਗਤ ਨੂੰ ਅਨਾਥ ਕਰਕੇ ਨਾ ਜਾਓ। ਤਨ ਧਾਰਨ ਤਿਆਗਨ ਨਿਜ ਹੱਥ। ਸਰੀਰ ਨੂੰ ਰੱਖ ਲੈਣਾ ਜਾਂ ਤਿਆਗ ਦੇਣਾ ਇਹ ਤੁਹਾਡੇ ਆਪਣੇ ਕੰਟਰੋਲ ਵਿੱਚ ਹੈ। ਜਾਂ ਤੇ ਸਭ ਕੋ ਕਹਿਬੋ ਬਨੈ। ਇਸ ਕਰਕੇ ਸਾਰੀ ਸੰਗਤ ਨੇ ਬੇਨਤੀ ਕੀਤੀ ਹੈ, ਰਚਹੁ ਤਥਾ ਜਿਮ ਬਾਂਛਹੁ ਮਨੈ। ਆਪ ਜਿਵੇਂ ਚੰਗੀ ਲੱਗੇ ਉਵੇਂ ਕਰ ਲਵੋ। ਕਿਰਪਾ ਕਰੋ ਇਸ ਸੰਗਤ ਦਾ ਭਲਾ ਸੋਚੋ। ਅਜੇ ਮਹਾਰਾਜ ਸਾਨੂੰ ਛੱਡ ਕੇ ਨਾ ਜਾਓ। ਅਪਰਣ ਕੀ ਮ੍ਰਿਤ ਕਿਮ ਹੋਏ ਜਾਏ। ਇਹ ਮਹਾਰਾਜ ਹੋਰ ਜੀਵਾਂ ਦੀ ਮਿਰਤੂ ਜੇ ਅਬਿਲਖ ਹੋ ਸਕ ਹੋ ਜਵਾਏ। ਮਹਾਰਾਜ ਆਪ ਜੇ ਕਿਸੇ ਦੀ ਮਿਰਤੂ ਹੋ ਜਾਵੇ ਤੇ ਉਹਨੂੰ ਵੀ ਜਿੰਦਾ ਕਰ ਸਕਦੇ ਹੋ। ਦੂਜੇ ਲੋਕ ਜਿਹੜੇ ਸੰਸਾਰੀ ਲੋਕ ਹਨ ਮਰੇ ਹੋਏ, ਉਹਨੂੰ ਵੀ ਜਵਾ ਸਕਦੇ ਹੋ। ਇਹ ਕੁਛ ਨਹੀਂ ਹਮ ਕਹੀ। ਇਹ ਕੋਈ ਨਵੀਂ ਗੱਲ ਨਹੀਂ ਅਸੀਂ ਕਹਿ ਰਹੇ। ਇਹ ਸਾਰੀ ਦੁਨੀਆ ਨੂੰ ਪਤਾ ਹੈ ਕਿ ਆਪ ਜੀ ਦੀ ਸਮਰੱਥਾ, ਆਪ ਜੀ ਦੀ ਪਾਵਰ, ਆਪ ਜੀ ਦੀ ਸ਼ਕਤੀ ਕਿੱਡੀ ਵੱਡੀ, ਕਿੱਡੀ ਮਹਾਨ ਹੈ ਸਤਿਗੁਰੂ ਜੀ। ਗੁਰ ਕਰ ਮਿਹਨਤ ਹੋ ਵਹਿ ਰਹੀ। ਇਹ ਗੁਰੂ ਘਰ ਦੇ ਵਿੱਚ ਨਿਤਾ ਪ੍ਰਤੀ ਹੁੰਦੀ ਆਈ ਹੈ। ਕੌਣ ਕੌਣ ਹਮ ਕਰੈ ਬਤਾਵਨ। ਆਪ ਕੀ ਦਸੀਏ ਮਹਾਰਾਜ, ਆਪ ਜਾਣੀ ਜਾਣੋ। ਸਾਡੇ ਦਿਲਾਂ ਦੀ ਵੀ ਆਪ ਜਾਣਦੇ ਹੋ। ਜੇਤਕ ਮ੍ਰਿਤਕ ਕੀਨ ਜੀਵਾਵਨ। ਆਪ ਜੀ ਨੇ ਕਿੰਨੇ ਕਿ ਮ੍ਰਿਤਕ ਜਿੰਦਾ ਕੀਤੇ ਹਨ। ਸਤਿਗੁਰ ਮੇਰਾ ਮਾਰ ਜਵਾਲੈ। ਬਿਦਤ ਜਗਤ ਮੈਂ ਛੁਪੀ ਨ ਕੋਏ। ਇਹ ਗੱਲ ਜਗਤ ਵਿੱਚ ਪ੍ਰਗਟ ਹੀ ਹੈ, ਕੋਈ ਲੁਕੀ ਛਿਪੀ ਨਹੀਂ ਹੈ। ਸਰਬ ਕਲਾ ਸਮਰੱਥ ਗੁਰ ਹੋਏ। ਸਰਬ ਕਲਾ ਸਮਰੱਥ ਸਤਿਗੁਰੂ ਜੀ ਆਪ ਜੀ ਹੋ। ਅਨਕ ਮ੍ਰਿਤਕ ਜੇ ਦਏ ਜਵਾਏ। ਮਹਾਰਾਜ ਆਪ ਜੀ ਨੇ ਅਨੇਕਾਂ ਹੀ ਮੁਰਦੇ ਜਿੰਦੇ ਕਰਤੇ ਹਨ, ਮਰਿਆਂ ਵਿੱਚ ਜਾਨ ਪਾਈ ਹੈ। ਨਿਜ ਜੀਵਨ ਮੈਂ ਸੰਸਾਰ ਕਾਏ। ਤੇ ਆਪ ਜੀ ਦੇ ਸੇਵਾਦਾਰ ਹੀ ਏਦਾਂ ਕਰ ਸਕਦੇ ਹਨ। ਤੇ ਆਪ ਜੀ ਦੀ ਲਾਈਫ ਦੇ ਵਿੱਚ, ਆਪ ਜੀ ਦੀ ਜ਼ਿੰਦਗੀ ਵਿੱਚ ਕਾਹਦਾ ਸੰਸਾ ਹੈ। ਆਪ ਜੀ ਨੂੰ ਜਿੰਨਾ ਚਿਰ ਮਰਜ਼ੀ ਇਸ ਸੰਸਾਰ ਵਿੱਚ ਰਹੋ, ਕੋਈ ਕਿਸੇ ਤਰ੍ਹਾਂ ਦਾ ਤੁਹਾਡੇ ਉੱਤੇ ਕੁਦਰਤ ਦਾ ਕੋਈ ਨਿਯਮ ਨਹੀਂ ਲਾਗੂ ਹੁੰਦਾ। ਬਾਲ ਅਵਸਥਾ ਮਹਤਮ ਹੈ। ਆਪ ਜੀ ਤਾਂ ਹੁਣ ਬਾਲ ਅਵਸਥਾ ਵਿੱਚ ਹੋ। ਇਹ ਅਵਸਥਾ ਦੇ ਵਿੱਚ ਤਾਂ ਮਹਾਰਾਜ ਆਪ ਜੀ ਦਾ ਸੱਚਖੰਡ ਜਾਣਾ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ। ਅਸਮੰਜਸ ਲਖ ਸਭ ਹਮ ਕਹੈ। ਇਹ ਬੜੀ ਅਣਬਣ ਜੀ ਵਾਲੀ ਗੱਲ ਆਪ ਜੀ ਕਰ ਰਹੇ ਹੋ ਵੀ ਅਸੀਂ ਹੁਣ ਚੱਲੇ ਆ। ਮਹਾਰਾਜ ਇਹ ਜਾਣ ਕੇ ਹੀ ਅਸੀਂ ਸਾਰੇ ਸਿੱਖ, ਲੱਖਾਂ ਸਿੱਖ ਤੁਹਾਡੇ ਚਰਨਾਂ 'ਚ ਬੇਨਤੀ ਕਰਦੇ ਆ, ਆਪ ਜੀ ਅਜੇ ਨਾ ਜਾਓ ਸਤਿਗੁਰੂ ਜੀ। ਸੁਨੀ ਵਾਰਤਾ ਸਤਿਗੁਰ ਸਾਰੀ। ਸ੍ਰੀ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਭਾਈ ਗੁਰਬਖਸ਼ ਦੇ ਮੂੰਹ ਤੋਂ ਸਾਰੀਆਂ ਸੰਗਤਾਂ ਦੀ ਬੇਨਤੀ ਜਦੋਂ ਸੁਣੀ, ਅਪਰ ਸਭਾ ਸਭ ਤੂਸ਼ਨ ਧਾਰੀ। ਬਾਕੀ ਸਾਰੇ ਰਾਜਾ ਜੈ ਸਿੰਘ ਸਮੇਤ ਚੁੱਪ ਕਰਕੇ ਬੈਠੇ ਮਹਾਰਾਜ ਦੇ ਮੁਖਾਰ ਬਿੰਦ ਵੱਲ ਵੇਖੀ ਜਾਂਦੇ ਸਨ। ਹੱਥ ਜੋੜ ਦੇਖਤ ਮੁਖ ਪਦਮ। ਹੱਥ ਜੋੜ ਕੇ ਮੁਖਾਰ ਬਿੰਦ ਵੱਲ ਦੇਖਦੇ ਸਨ। ਅਜ਼ਮਤ ਲਾ ਬਖਸ਼ਨ ਕੋ ਸਦਮ। ਇਹ ਸਤਿਗੁਰੂ ਹਨ ਜਿਹੜੇ ਸਾਰੀਆਂ ਪਾਵਰਾਂ, ਸ਼ਕਤੀਆਂ ਸਿੱਖਾਂ ਨੂੰ ਵੀ ਦੇ ਸਕਦੇ ਹਨ। ਸੰਗਤ ਬਿਨਤੀ
क्या ਭਨ ਹੈ। ਸੰਗਤ ਕੀ ਬੇਨਤੀ ਕਰੇ ਜਾਣੀ ਜਾਣ ਹੋ ਮਹਾਰਾਜ। ਹੱਥ ਜੋੜ ਕੇ ਸੰਗਤ ਬੜੀਆਂ ਤਰਸ ਭਰੀਆਂ ਨੇ ਅੱਖਾਂ ਨਾਲ ਵੇਖ ਰਹੀ ਸੀ ਸਗਰੇ ਮਨ ਮਹਿ ਇਸ ਬਿਦ ਗੁਣ ਹੈ। ਤੇ ਮਨ ਚ ਅਰਦਾਸਾਂ ਕਰ ਰਹੇ ਸੀ, ਸੋਚ ਰਹੇ ਸੀ ਵੀ ਮਹਾਰਾਜ ਹੁਣੇ ਕਹਿ ਦੇਣਗੇ ਵੀ ਠੀਕ ਹੈ ਅਸੀਂ ਨਹੀਂ ਜਾਣਦੇ। ਕਿਰਪਾ ਨਿਧਾਨ ਬਚਨ ਪੁਨ ਭਨਿਓ। ਸੰਗਤ ਸਾਰੀ ਦੀ ਬੇਨਤੀ ਸੁਣ ਕੇ ਕਿਰਪਾ ਨਿਧਾਨ ਸੱਚੇ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਇਉਂ ਬੋਲੇ। ਮੌਨ ਠਾਨ ਸਭ ਹਿਨ ਤਬ ਸੁਨਿਓ। ਉਹ ਜੋ ਬਚਨ ਮਹਾਰਾਜ ਮੁਖਾਰ ਬਿੰਦ ਤੋਂ ਬੋਲੇ ਹਨ ਸਾਰੀ ਸੰਗਤ ਨੇ ਚੁੱਪ ਕਰਕੇ ਸੁਣੇ ਹਨ। ਜਥਾ ਜੋਗ ਸੰਗਤ ਕੀ ਅਰਜ਼ੀ। ਮਹਾਰਾਜ ਕਹਿੰਦੇ ਸਾਧ ਸੰਗਤ ਜੀ ਜੋ ਤੁਸੀਂ ਬੇਨਤੀ ਕਰ ਰਹੇ ਹੋ ਠੀਕ ਹੈ, ਯਥਾ ਜੋਗ ਹੈ, ਤੁਸੀਂ ਬੜੇ ਭਲੇ ਦੀ ਗੱਲ ਪੁੱਛੀ ਹੈ। ਤਉ ਸਰਹੋ ਪਰਮੇਸ਼ਵਰ ਮਰਜ਼ੀ। ਪਰ ਫਿਰ ਵੀ ਗੱਲ ਇਹ ਹੈ ਵੀ ਪਰਮੇਸ਼ਰ ਦੀ ਆਗਿਆ ਵਿੱਚ ਰਹਿਣਾ ਹੀ ਤਾਂ ਸਿੱਖੀ ਹੈ, ਉਹਦੀ ਰਜਾ ਵਿੱਚ ਰਾਜੀ ਰਹਿਣਾ ਇਹੀ ਤਾਂ ਭਗਤੀ ਹੈ। ਅਸੀਂ ਵਾਹਿਗੁਰੂ ਦੇ ਹੁਕਮ ਨੂੰ ਨਹੀਂ ਮੇਟ ਸਕਦੇ। ਹਮਰੇ ਤਨ ਤਿਆਗਨ ਬਹੁ ਕਾਰਨ। ਸਾਡੇ ਸੱਚਖੰਡ ਜਾਣ ਦੇ ਵਿੱਚ ਬੜੇ ਕਾਰਨ ਹਨ। ਅਸੀਂ ਐਵੇਂ ਨਹੀਂ ਸਰੀਰ ਤਿਆਗ ਰਹੇ, ਇਹਦੇ ਨਾਲ ਕੋਈ ਕੁਦਰਤ ਵਿੱਚ ਵੱਡੇ ਪਰਿਵਰਤਨ ਆਉਣਗੇ, ਉਸ ਕਰਕੇ ਅਸੀਂ ਆਪਣਾ ਇਹ ਚੋਲਾ ਤਿਆਗ ਰਹੇ ਹਾਂ। ਆਛੋ ਨਹੀਂ ਜੇ ਕਰਹਿ ਉਚਾਰਨ। ਹਾਂ ਪਰ ਅਜੇ ਜੇ ਦੱਸ ਨਹੀਂ ਸਕਦੇ, ਚੰਗੀ ਗੱਲ ਨਹੀਂ ਆ ਵੀ ਜੇ ਅਸੀਂ ਤੁਹਾਨੂੰ ਆਪਣੇ ਮੂੰਹ ਤੋਂ ਦਸੀਏ। ਆਪੇ ਸਮਾਂ ਆਵੇਗਾ, ਸਾਰੀ ਦੁਨੀਆ ਨੂੰ ਪਤਾ ਲੱਗ ਜਾਏਗਾ ਕਿ 8ਵੇਂ ਪਾਤਸ਼ਾਹ ਛੋਟੇ ਸਰੂਪ ਦੇ ਵਿੱਚ ਹੀ, ਛੋਟੀ ਉਮਰ ਦੇ ਵਿੱਚ ਹੀ ਕਿਉਂ ਜੋਤੀ ਜੋਤ ਸਮਾ ਗਏ ਸਨ। ਗੁਰ ਗਾਦੀ ਅਵ ਚਲ ਜਗ ਮਾਹੀ। ਦੇਖੋ ਭਾਈ ਇਹ ਗੁਰੂ ਨਾਨਕ ਸਾਹਿਬ ਦੀ ਗੱਦੀ ਹੈ, ਇਹ ਅਬ ਚੱਲ ਹੈ, ਇਹ ਨਹੀਂ ਚਲਾਇਮਾਨ ਹੋਣ ਵਾਲੀ, ਇਹ ਸਦਾ ਹੀ ਦੁਨੀਆ ਤੇ ਕਾਇਮ ਰਹੇਗੀ। ਵਧੈ ਪ੍ਰਤਾਪ ਮਿਟ ਹੈ ਕਿਮ ਨਾਹੀ। ਇਹਦਾ ਪ੍ਰਤਾਪ ਵਧੇਗਾ ਤੇ ਕਿਸੇ ਤਰ੍ਹਾਂ ਵੀ ਇਹ ਗੱਦੀ ਮਿਟੇਗੀ ਨਹੀਂ। ਮਨੋ ਕਾਮਨਾ ਸੰਗਤ ਪਾਵਹਿ। ਪਰ ਗੁਰੂ ਕੀਆਂ ਸੰਗਤਾਂ ਇਸ ਗੱਦੀ ਤੋਂ ਮੂੰਹ ਮੰਗੀਆਂ ਮੁਰਾਦਾਂ ਪਾਣਗੀਆਂ। ਲੈ ਗੁਰ ਤੇ ਉਪਦੇਸ਼ ਕਮਾਵਹਿ। ਔਰ ਗੁਰੂ ਦਾ ਉਪਦੇਸ਼ ਲੈ ਲੈ ਕੇ ਸਦਾ ਹੀ ਇਹਦੀ ਕਮਾਈ ਕਰਿਆ ਕਰਨਗੀਆਂ। ਗੁਰੂ ਗ੍ਰੰਥ ਸਾਹਿਬ ਸਭ ਕੇਰਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੀ ਦੁਨੀਆ ਦਾ ਗੁਰੂ ਹੈ। ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਸਭ ਦੁਨੀਆ ਦਾ ਦੁਨੀਆ ਦਾ ਗੁਰੂ ਹੈ ਤੇ ਗੁਰੂਆਂ ਦਾ ਵੀ ਗੁਰੂ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਗੁਰੂਆਂ ਦਾ ਵੀ ਗੁਰੂ ਹੈ। ਇਹ ਗੁਰੂ ਗ੍ਰੰਥ ਸਾਹਿਬ ਸਦਾ ਹੀ ਤੁਹਾਡੇ ਅੰਗ ਸੰਗ ਰਹੇਗਾ। ਜੋ ਹਮਰੋ ਚਾਹ ਦਰਸ਼ਨ ਹੇਰਾ। ਜਿਹੜਾ ਸਾਡਾ ਦਰਸ਼ਨ ਕਰਨਾ ਚਾਹੁੰਦਾ ਹੈ ਸਿੱਖ, ਸੋ ਸ਼ਰਧਾ ਤਨ ਹੇਰਨ ਕੇਰਾ। ਉਹ ਸ਼ਰਧਾ ਨਾਲ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਲਵੇ, ਸਾਡੇ ਦਰਸ਼ਨ ਹੋਣਗੇ। ਪਾਪਨ ਗਨਤਾ ਤਤ ਛਨ ਹਰਾ। ਇਹ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਸਾਰੇ ਪਾਪਾਂ ਦਾ ਨਾਸ ਕਰਦੇ ਹਨ। ਹਮ ਸੋ ਬਾਤ ਕਰਨ ਕੋ ਚਾਹ ਹੈ। ਜਿਹੜਾ ਕੋਈ ਸਾਡੇ ਨਾਲ ਗੱਲਬਾਤ ਕਰਨੀ ਚਾਹਵੇ, ਸਾਡੇ ਤੋਂ ਕੋਈ ਬਚਨ ਪੁੱਛਣਾ ਚਾਹੇ, ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪੁੱਛ ਲਵੇ, ਬਾਣੀ ਪੜ੍ਹ ਲਵੇ। 8ਵੇਂ ਪਾਤਸ਼ਾਹ ਕਹਿੰਦੇ ਸਾਰਾ ਜਵਾਬ ਇਹਦੇ ਵਿੱਚੋਂ ਦੇਾਂਗੇ, ਅਸੀਂ ਬਾਣੀ 'ਚ ਬੋਲਾਂਗੇ। ਅਸੀਂ ਪਠਿਆ ਸੁਨਹਿ ਗੁਰ ਗ੍ਰੰਥ ਉਮਾਹ। ਬਾਣੀ ਗੁਰੂ ਗ੍ਰੰਥ ਸਾਹਿਬ ਦੀ ਪੜ੍ਹੇ ਸੁਣੇ ਬੜੇ ਪ੍ਰੇਮ ਨਾਲ। ਤਿਸ ਮਹਿ ਕਹਿਓ ਜੋ ਕਰਹਿ ਕਮਾਵਨ। ਜੋ ਗੁਰਬਾਣੀ 'ਚ ਕਿਹਾ ਹੈ ਉਹਦੀ ਕਮਾਈ ਕਰੇ। ਚਾਰ ਪਦਾਰਥ ਲੈ ਮਨ ਪਾਵਨ। ਉਹਨੂੰ ਚਾਰੇ ਪਦਾਰਥਾਂ ਦੀ ਪ੍ਰਾਪਤੀ ਹੋਵੇਗੀ। ਹੋਏ ਕਾਮਨਾ ਸਿੱਖ ਕੈ ਕੋਈ। ਕੋਈ ਕਾਮਨਾ ਲੈ ਕੇ ਸਿੱਖ ਆਵੇ। ਬਿਗਨ ਪਰਹਿ ਕੈ ਸੰਕਟ ਹੋਈ। ਜਾਂ ਕੋਈ ਕਸ਼ਟ ਆ ਜਾਵੇ ਕੋਈ ਸਿੱਖ ਦੇ ਉੱਤੇ, ਸ਼ਰਨ ਗ੍ਰੰਥ ਸਾਹਿਬ ਕੀ ਜਾਏ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਚਲਾ ਜਾਵੇ। ਤਤ ਛਿਨ ਸਤਿਗੁਰ ਬਨਹਿ ਸਹਾਏ। ਉਹਦੇ ਸਤਿਗੁਰੂ ਅੰਗ ਸੰਗ ਹੋਣਗੇ, ਸਹਾਇਤਾ ਕਰਨਗੇ ਉਸ ਦੀ। ਸ਼ਰਧਾਲੂ ਕੋ ਸਭ ਕਿਛ ਆਹੈ। ਮਹਾਰਾਜ ਕਹਿੰਦੇ ਸ਼ਰਧਾਲੂ ਦੇ ਸਾਰੇ ਹੀ ਕਾਰਜ ਰਾਸ, ਗੁਰੂ ਗ੍ਰੰਥ ਸਾਹਿਬ ਸ਼ਰਧਾਵਾਨ ਦੇ ਕਾਰਜ ਰਾਸ ਕਰਦਾ ਹੈ। ਸ਼ਰਧਾਲੂ ਵਾਸਤੇ ਸਭ ਦਰਵਾਜ਼ੇ ਖੁੱਲੇ ਹਨ। ਹੋਏ ਅਸ਼ਰਦਕ ਕਿਮ ਹੋ ਨਾ ਲਹੈ। ਜਿਹੜਾ ਨਾਸਤਕ ਬੁੱਧੀ ਵਾਲਾ ਉਹਨੂੰ ਕੁਝ ਨਹੀਂ ਮਿਲੇਗਾ। ਤਨ ਸਦੀਵ ਥਿਰ ਹੋਏ ਨ ਕੋਏ। ਮਹਾਰਾਜ ਕਹਿੰਦੇ ਸਿੱਖੋ ਸਰੀਰ ਸਦਾ ਨਹੀਂ ਕਿਸੇ ਦਾ ਰਿਹਾ। ਹਿਰਦਾ ਗ੍ਰੰਥ ਗੁਰ ਕੋ ਲਿਹੁ ਜੋਏ। ਇਹ ਗੁਰੂ ਦੀ ਆਤਮਾ ਹੈ। ਗੁਰੂ ਗ੍ਰੰਥ ਸਾਹਿਬ ਜਿਹੜਾ ਨਾ ਇਹ ਗੁਰੂ ਦਾ ਸਰੀਰ ਨਹੀਂ ਹੈ, ਗੁਰੂ ਦੀ ਆਤਮਾ ਹੈ। ਆਤਮਾ ਤੇ ਹਮੇਸ਼ਾ ਸਦਾ ਅਮਰ ਰਹਿੰਦੀ ਹੈ। ਸਰੀਰ ਸਭ ਦੇ ਬਦਲਦੇ ਰਹਿੰਦੇ, ਸਰੀਰ ਗੁਰੂ ਦਾ ਵੀ ਬਦਲ ਜਾਂਦਾ, ਪਰ ਆਤਮਾ ਤਾਂ ਨਹੀਂ ਨਾ ਬਦਲਦੀ। ਇਹ ਗੁਰੂ ਦਾ ਹਿਰਦਾ ਹੈ। ਹਾਂਜੀ।
ਨਿਤ ਦਰਸ਼ਨ ਕਰ ਮਸਤਕ ਟੇਕਹੁ। ਰੋਜ਼ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੋ ਤੇ ਰੋਜ਼ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੋ। ਅਨਹੁ ਬਿਕਾਰਣ ਪਾਏ ਬਿਬੇਕਹੁ। ਇਹਦੇ ਦਰਸ਼ਨ ਕਰਕੇ ਤੁਹਾਡੇ ਵਿਕਾਰ ਨਾਸ ਹੋਣਗੇ ਤੇ ਗਿਆਨ ਦੀ ਪ੍ਰਾਪਤੀ ਹੋਵੇਗੀ। ਇਮ ਸੁਨ ਕਰ ਸਤਿਗੁਰ ਕੀ ਬਾਣੀ। ਇਸ ਤਰ੍ਹਾਂ ਗੁਰੂ ਸਾਹਿਬ ਦੀ ਬਾਣੀ ਸੁਣ ਕੇ ਸਭਨ ਬਲੋਚਨ ਤੇ ਬਹਿ ਪਾਣੀ। ਸਾਰਿਆਂ ਦੀ ਅੱਖਾਂ 'ਚੋਂ ਪਰਲ ਪਰਲ ਫੇਰ ਹੰਝੂ ਵਗਣ ਲੱਗ ਪਏ। ਗੁਰ ਜੀਵਨ ਕੀ ਆਸ ਚੁਕਾਈ। ਇਹ ਜਿਹੜੀ ਗੱਲ ਮਹਾਰਾਜ ਨੇ ਕਹਿ ਦਿੱਤੀ, ਇਹਦਾ ਮਤਲਬ ਹੁਣ ਇਹ ਚਲੇ ਜਾਣਗੇ, ਇਹਨਾਂ ਨੇ ਹੁਣ ਨਹੀਂ ਰਹਿਣਾ ਸਾਡੇ ਕੋਲ। ਦੁਰਲਭ ਦਰਸ਼ਨ ਨਹੀਂ ਪੁਨ ਪਾਈ। ਇਹ ਸੋਹਣੇ ਸਰੂਪ ਦੇ ਦਰਸ਼ਨ ਫਿਰ ਹੋਣੇ ਨਹੀਂ ਮੁੜ ਕੇ। ਪੁਨ ਜੈ ਸਿਗ ਕਹਿਓ ਕਰ ਜੋਰੇ। ਇਹਨੇ ਨੂੰ ਰਾਜਾ ਜੈ ਸਿੰਘ ਨੇ ਹੱਥ ਜੋੜ ਲਏ ਤੇ ਬੇਨਤੀ ਕਰਨ ਲੱਗਾ, ਸ਼ਾਹ ਚਾਹੈ ਤੁਮ ਚਰਨ ਨਿਹੋਰੇ। हे ਸੱਚੇ ਪਾਤਸ਼ਾਹ ਜੀ, हे ਗਰੀਬ ਨਵਾਜ਼ ਜੀ, ਬਾਦਸ਼ਾਹ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ ਹੈ। ਮਿਲਵੇ ਕੀ ਲਾਲਸ ਹੀ ਰਹੀ। ਉਹਦੇ ਮਨ ਵਿੱਚ ਇੱਛਾ ਹੀ ਰਹਿ ਗਈ ਕਿ ਮੈਂ ਗੁਰੂ ਸਾਹਿਬ ਨੂੰ ਮਿਲਣਾ ਹੈ, ਗੁਰੂ ਸਾਹਿਬ ਨੂੰ ਮਿਲਣਾ ਹੈ। ਆਪ ਜੀ ਨੇ ਉਹਨੂੰ ਦਰਸ਼ਨ ਦੇਣ ਦਾ ਸੁਭਾਗ ਨਹੀਂ ਬਖਸ਼ਿਆ। ਤਾਹਿ ਕਾਮਨਾ ਪੂਰੀ ਨਹੀਂ। ਉਹ ਰਾਜੇ ਦੀ ਔਰੰਗਜ਼ੇਬ ਦੀ ਕਾਮਨਾ ਤੁਸੀਂ ਪੂਰੀ ਨਹੀਂ ਕੀਤੀ, ਉਹਨੂੰ ਆਪ ਜੀ ਨੇ ਦਰਸ਼ਨ ਨਹੀਂ ਦਿੱਤੇ। ਮੁਝ ਸੋ ਕਹਿਤ ਰਹਿਓ ਬਹੁ ਬਾਰੀ। ਤੇ ਮੈਨੂੰ ਬਾਦਸ਼ਾਹ ਰੋਜ਼ ਕਹਿੰਦਾ ਹੈ ਵੀ ਮੈਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਾ ਦਿਓ, ਮੇਰਾ ਵਰ ਕੀ ਮਰਜ਼ੀ ਧਾਰੀ। ਪਰ ਮੈਂ ਗੁਰੂ ਜੀ ਆਪ ਜੀ ਦੀ ਮਰਜ਼ੀ ਦੇ ਖਿਲਾਫ ਬਾਦਸ਼ਾਹ ਨੂੰ ਤੁਹਾਡੇ ਕੋਲ ਨਹੀਂ ਲੈ ਕੇ ਆ ਸਕਦਾ ਸੀ। ਅਬ ਕਿਆ ਹੁਕਮ ਕਹੋ ਟਿਗ ਸ਼ਾਹੂ। ਹੁਣ ਕੀ ਹੁਕਮ ਹੈ? ਜੇ ਹੁਕਮ ਹੋਵੇ ਤੇ ਬਾਦਸ਼ਾਹ ਨੂੰ ਮੈਂ ਦੱਸ ਦਿਆਂ। ਬੂਝ ਹੈ ਜਬ ਹੈ ਜਾਏ ਹੋ ਪਾਹੂ। ਮੈਂ ਜਾਵਾਂਗਾ ਤੇ ਉਹਨੇ ਫਿਰ ਪੁੱਛਣਾ। ਜਦੋਂ ਵੀ ਮੈਂ ਜਾਂਦਾ ਹਾਂ ਮੈਨੂੰ ਬਾਦਸ਼ਾਹ ਪੁੱਛਦਾ ਹੈ ਵੀ ਗੁਰੂ ਜੀ ਮੈਨੂੰ ਦਰਸ਼ਨ ਕਦੋਂ ਦੇਣਗੇ। ਸ਼੍ਰੀ ਹਰਿ ਕ੍ਰਿਸ਼ਨ ਰਾਵ ਸੋ ਕਹਿਓ। ਸਤਿਗੁਰੂ 8ਵੇਂ ਪਾਤਸ਼ਾਹ ਰਾਜੇ ਜੈ ਸਿੰਘ ਦੀ ਬੇਨਤੀ ਸੁਣ ਕੇ ਕਹਿਣ ਲੱਗੇ, ਤਿਸ ਟਿਗ ਪ੍ਰਾਤ ਹਮਾਰੋ ਰਹਿਓ। ਮਹਾਰਾਜ ਕਹਿੰਦੇ ਸਾਡਾ ਭਰਾ ਵੱਡਾ ਬਾਬਾ ਰਾਮ ਰਾਏ ਉਹਨਾਂ ਦੇ ਕੋਲ ਹੀ ਰਹਿੰਦਾ ਹੈ। ਮਨ ਭਾਵਤ ਅਜ਼ਮਤ ਦਿਖਲਾਈ। ਜਿੰਨੀਆਂ ਚਾਹੁੰਦੇ ਉਨੀਆਂ ਕਰਾਮਾਤਾਂ ਦੇਖ ਲਵੇ, ਭਰਾ ਸਾਡਾ ਰੋਜ਼ ਦਿਖਾਉਂਦਾ ਹੈ। ਜਿਮ ਭਾਖਿਓ ਤਿਮ ਹੀ ਕਰਵਾਈ। ਉਹ ਜਿਵੇਂ ਚਾਹੁੰਦੇ ਬਾਦਸ਼ਾਹ ਉਵੇਂ ਹੀ ਬਾਬਾ ਰਾਮ ਰਾਏ ਜੀ ਕਰਕੇ ਦਿਖਾਉਂਦੇ ਹਨ। 350 ਵਾਰ ਬਿਲੰਦ। 350 ਵਾਰ ਤੇ ਕਰਾਮਾਤ ਵੇਖ ਬੈਠਾ। ਹੋਰ ਕੀ ਚਾਹੁੰਦਾ? ਸਾਡੇ ਘਰ ਦੀ ਕਰਾਮਾਤ ਹੈ, ਉਹ ਸਾਡੇ ਪਿਤਾ ਦੀ ਕਰਾਮਾਤ ਹੈ ਜਿਹੜੀ ਵੇਖੀ ਔਰੰਗਜ਼ੇਬ ਨੇ। ਕਰਾਮਾਤ ਹੇਰੀ ਬਿਦ ਬ੍ਰਿੰਦ। ਬੜੀਆਂ ਬੜੀਆਂ ਕਰਾਮਾਤਾਂ ਵਿਖਾਈਆਂ ਨੇ ਬਾਬੇ ਰਾਮ ਰਾਏ ਜੀ ਨੇ। ਅਪਰ ਕਹਾਗਰ ਕਰਤੇ ਚਾਹਤ। ਇੰਨੀਆਂ ਕਰਾਮਾਤਾਂ ਵੇਖ ਕੇ ਰੱਜਿਆ ਨਹੀਂ ਔਰੰਗਜ਼ੇਬ, ਹੋਰ ਗੁਰੂ ਘਰ ਤੋਂ ਕੀ ਚਾਹੁੰਦਾ ਹੈ? ਮਿਲਵੇ ਹਿਤ ਜੋ ਬਹੁਤ ਉਮਾਹਤ। ਜੋ ਬਾਰ-ਬਾਰ ਮਿਲਣਾ ਚਾਹੁੰਦਾ ਹੈ, ਮਿਲ ਕੇ ਕੀ ਲੈਣਾ ਹੈ? ਸਾਡੀ ਸ਼ਕਤੀ ਤਾਂ ਉਹਨੇ ਵੇਖ ਹੀ ਲਈ ਹੈ। ਦਤੀ ਬਾਤ ਪਰ ਲੋਕ ਸਿਧਾਵਨ। ਦੂਜੀ ਗੱਲ ਹੈ ਜਿਹੜੀ ਪਰਲੋਕ ਜਾਣ ਦੀ। ਬਿਨ ਸੰਕਟ ਰਹਿ ਆਨੰਦ ਪਾਵਨ। ਉਹ ਅਸੀਂ ਜਾਣਾ ਆਨੰਦ ਦੇ ਵਿੱਚ। ਤਿਸ ਹਿਤ ਸ਼ਬਦ ਪਠਾਵਨ ਕਰਿਓ। ਉਹਦੇ ਲਈ ਸਾਡਾ ਸ਼ਬਦ ਭੇਜਦਾ, ਉਹਨੂੰ ਅਸੀਂ ਲਿਖ ਕੇ ਉਹ ਪੜਿਆ ਕਰੇ। ਸ਼੍ਰੀ ਗੁਰੂ ਨਾਨਕ ਯਥਾ ਉਚਰਿਓ। ਜੋ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਰਚੀ ਹੈ, ਕਿਆ ਪੈਦਾ ਕਿਆ ਖਾਦਾ ਕਿਆ ਪੈਦਾ ਹੋਏ, ਜਾਮਨ ਨਾਹੀ ਸੱਚਾ ਸੋਏ। ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਸ ਸੁਖਾਲੀ, ਪੀਜੈ ਭੋਗ ਬਿਲਾਸ। ਇਹ ਸ਼ਬਦ ਅਸੀਂ ਲਿਖ ਕੇ ਭੇਜ ਦਿੱਤਾ ਹੈ ਤੇ ਬਾਦਸ਼ਾਹ ਨੂੰ ਕਹੋ ਪੜਿਆ ਕਰੇ ਗੁਰਬਾਣੀ, ਇਹਦੇ ਵਿੱਚੋਂ ਹੀ ਸਾਡੇ ਦਰਸ਼ਨ ਹੋਣਗੇ। ਕਰਹਿ ਕਮਾਵਨ ਸ਼ੁਭ ਗਤ ਪਾਵੈ। ਸਾਡੇ ਦਰਸ਼ਨ ਕਰਕੇ ਕੀ ਲੈਣਾ? ਗੁਰਬਾਣੀ ਦੀ ਕਮਾਈ ਕਰੇ, ਸ਼ੁਭ ਗਤੀ ਪਾਏਗਾ। ਬਿਨਾ ਕਮਾਏ ਹਾਥ ਨ ਆਵੈ। ਬਿਨਾ ਕਮਾਇਆ ਕੁਛ ਨਹੀਂ ਮਿਲਦਾ। ਸਤਿਗੁਰੂ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ ਡਿਠੈ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ। ਸ਼ਬਦ ਤੋਂ ਬਿਨਾ ਬੇੜਾ ਬੰਨੇ ਨਹੀਂ ਲੱਗਣਾ। ਹਾਂਜੀ, ਹਮ ਸਭ ਮਿਲਨ ਕਾਜ ਹੈ ਦੋਏ। ਸਾਨੂੰ ਮਿਲਣ ਦੇ ਦੋ ਹੀ ਕੰਮ ਹੁੰਦੇ, ਦੋ ਹੀ ਪ੍ਰਯੋਜਨ ਹੁੰਦੇ। ਪੂਰਬ ਹੀ ਪ੍ਰਾਪਤ ਤਿਹ ਸੋਏ। ਉਹ ਪਹਿਲਾਂ ਹੀ ਹੋ ਗਏ। ਇੱਕ ਤਾਂ ਬਾਬੇ ਰਾਮ ਰਾਏ ਜੀ ਨੇ ਦਰਸ਼ਨ ਦੇਤੇ ਤੇ ਇੱਕ ਅਸੀਂ ਬਾਣੀ ਲਿਖ ਕੇ ਭੇਜਤੀ। ਦੋਵੇਂ ਕੰਮ ਹੋ ਗਏ ਹਨ। ਅਪਰ ਤੀਸਰੋ ਕਾਜ ਨ ਕੋਈ। ਤੀਜਾ ਕੋਈ ਕੰਮ ਹੈ ਨਹੀਂ। ਜਿਸ ਤੇ ਮੇਲ ਹਮਾਰੋ ਹੋਈ। ਜਿਹੜਾ ਅਸੀਂ ਉਹਨੂੰ ਜਾ ਕੇ ਮਿਲੀਏ ਜਾਂ ਉਹ ਸਾਨੂੰ ਆ ਕੇ ਮਿਲੇ, ਉਹਨੂੰ ਮਿਲ ਕੇ ਲੈਣਾ ਕੀ ਹੈ? ਜਦੋਂ ਬਾਣੀ ਮਿਲ ਗਈ ਹੈ, ਬਾਣੀ ਦੇ ਦਰਸ਼ਨ ਕਰਿਆ ਕਰੇ। ਇਹੀ ਵਾਰਤਾ ਕਹੀਐ ਜਾਏ। ਇਹੀ ਗੱਲ ਉਹਨੂੰ ਆਖ ਦੇਈ ਬਾਦਸ਼ਾਹ ਨੂੰ ਜਾ ਕੇ, ਬਈ ਬਾਣੀ ਪੜ੍ਹੇ ਬਸ, ਹੋਰ ਚੱਕਰ 'ਚ ਨਾ ਪਵੇ। ਸਿਮਰੋ ਸਤ ਨਾਮ ਸੁਖ ਪਾਏ। ਕਿ ਪਰਮਾਤਮਾ ਦਾ
ਨਾਮ ਜਪ ਸਿਮਰਨ ਕਰ, ਸਿਮਰਨ ਨਾਲ ਸੁਖ ਮਿਲਦਾ ਹੈ। ਸੰਤਨ ਸੰਗ ਨਹੀਂ ਕਰ ਅਰਨਾ, ਸੰਤਾਂ ਦੇ ਨਾਲ ਨਹੀਂ ਅੜੀਦਾ ਹੁੰਦਾ। ਤਿਨ ਕੋ ਕਹਿਓ ਆਪ ਸਿਰ ਜਰਨਾ, ਆ ਸੰਤਾਂ ਦਾ ਕਿਹਾ ਮੰਨੀਦਾ ਹੁੰਦਾ ਹੈ। ਇਮ ਕਹਿ ਮੌਨ ਧਰੀ ਗੁਣ ਖਾਨੀ, ਏਦਾਂ ਕਹਿ ਕੇ ਸਤਿਗੁਰੂ ਜੀ ਚੁੱਪ ਕਰ ਗਏ। ਉਠਿਓ ਭੂਪ ਤਬ ਬੰਧਨ ਠਾਨੀ, ਰਾਜਾ ਜੈ ਸਿੰਘ ਮੱਥਾ ਟੇਕ ਕੇ ਉੱਠ ਖੜਾ ਹੋਇਆ ਤੇ ਚੱਲ ਪਿਆ। ਗਮਨਿਓ ਨੌਰੰਗ ਕੇ ਟਿਕ ਗਇਓ, ਔਰੰਗਜ਼ੇਬ ਕੋਲ ਲਾਲ ਕਿਲੇ 'ਚ ਜਾ ਪਹੁੰਚਿਆ ਸਰਬ ਬਿਰਤਾਂਤ ਸੁਨਾਵਤ ਭਇਓ, ਔਰ ਜਾ ਕੇ ਔਰੰਗੇ ਨੂੰ ਸਤਿਗੁਰਾਂ ਦਾ ਸਾਰਾ ਹਵਾਲਾ ਦੱਸਿਆ। ਤਬਹਿ ਸ਼ਾਹ ਬੋਲਿਓ ਨਿਰਪਸਾਥ, ਤਾਂ ਬਾਦਸ਼ਾਹ ਔਰੰਗਜ਼ੇਬ ਰਾਜੇ ਜੈ ਸਿੰਘ ਨੂੰ ਕਹਿਣ ਲੱਗਾ, ਰਾਖਹੁ ਸੁਧ ਤੁਮ ਜੈ ਪੁਰਨਾਥ, ਦੇਖੋ ਰਾਜਾ ਜੀ, ਤੁਸੀਂ ਖਬਰ ਰੱਖਿਆ ਜੇ ਗੁਰੂ ਸਾਹਿਬ ਜੀ ਦਾ ਹੁਣ ਅੱਗੇ ਆਉਣ ਵਾਲਾ ਕਿੱਦਾਂ ਦਾ ਸਮਾਂ ਬਣਦਾ ਹੈ। ਤਨ ਕੋ ਤਜਹੁ ਆਨ ਸੁਧ ਦੀਜੈ, ਜੇ ਉਹ ਸਰੀਰ ਛੱਡ ਜਾਣ ਤੇ ਮੈਨੂੰ ਆ ਕੇ ਖਬਰ ਦਵੀਂ ਉਸੇ ਵੇਲੇ ਹੀ। ਮੈਂ ਬਿਨ ਕਹੇ ਦਾਹੁ ਨਹਿ ਕੀਜੈ, ਮੇਰੇ ਆਖੇ ਤੋਂ ਬਿਨਾਂ ਸੰਸਕਾਰ ਨਾ ਕਰਿਆ ਜੇ। ਸੰਸਕਾਰ ਉਦੋਂ ਕਰਿਆ ਜੇ ਜਦੋਂ ਮੈਂ ਆ ਕੇ ਦਰਸ਼ਨ ਕਰ ਲਾਂਗਾ। ਸਰੀਰ ਦੇ ਦਰਸ਼ਨ ਤਾਂ ਕਰ ਲਾਂ ਕਮ ਸੇ ਕਮ। ਜੇ ਜਿਉਂਦੇ ਜੀ ਉਹਨਾਂ ਦੇ ਦਰਸ਼ਨ ਨਹੀਂ ਹੋਏ ਤਾਂ ਜੋਤੀ ਜੋ ਸਮਾਨ ਤੋਂ ਬਾਅਦ ਉਹਨਾਂ ਦੇ ਸਰੀਰ ਦੇ ਮੈਂ ਦਰਸ਼ਨ ਜ਼ਰੂਰ ਕਰਾਂਗਾ। ਨਿਸਕੈ ਦਿਨ ਹੋਵੈ ਤਿਸ ਕਾਲ, ਭਾਵੇਂ ਅੱਧੀ ਰਾਤ ਹੋਵੇ ਤੇ ਭਾਵੇਂ ਦਿਨ ਹੋਵੇ, ਮੈਂ ਜ਼ਰੂਰ ਆਵਾਂਗਾ। ਤਨ ਤਿਆਗੈ ਸੁਧ ਦੇਹ ਉਤਾਲ, ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਚੋਲਾ ਛੱਡਣਗੇ ਮੈਨੂੰ ਖਬਰ ਕਰ ਦਿਆ ਜੇ। ਇਤੋ ਪ੍ਰਸੰਗ ਸ਼ਾਹ ਟਿਕ ਭਇਓ, ਇਧਰ ਬਾਦਸ਼ਾਹ ਕੋਲੇ ਗੱਲ ਹੋਈ ਹੈ ਜੈ ਸਿੰਘ ਨਿਜ ਕਰ ਕੋ ਚਲ ਗਇਓ, ਤੇ ਉਹ ਰਾਜਾ ਜੈ ਸਿੰਘ ਫਿਰ ਆਪਣੇ ਘਰ ਬੰਗਲੇ ਸਾਹਿਬ ਚਲਾ ਗਿਆ। ਸਦ ਹਿਤ ਆਪਣੇ ਮਨ ਚ ਪਠਾਏ, ਖਬਰ ਵਾਸਤੇ ਉਹਨੇ ਆਪਣੇ ਬੰਦੇ ਭੇਜ ਦਿੱਤੇ ਕਹਿਓ ਕਿ ਸੁਨ ਆਣਹੁ ਉਤਲਾਏ, ਤੇ ਕਹਿਣ ਲੱਗਾ ਵੀ ਗੁਰੂ ਸਾਹਿਬ ਦੀ ਖਬਰ ਲੈ ਮੈਨੂੰ ਦੱਸੋ, ਮਿੰਟ ਮਿੰਟ ਦੀ ਖਬਰ ਦੱਸਿਆ ਕਰੋ। ਇਸ ਪ੍ਰਕਾਰ ਦਿਨ ਭਇਓ ਬਿਰਤਾਂਤ, ਇਸ ਪ੍ਰਕਾਰ ਉਹ ਦਿਨ ਬੀਤ ਗਿਆ। ਸੰਧਿਆ ਸਮੈ ਗੁਰ ਭਗਵੰਤ, ਸੰਧਿਆ ਦੇ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀ ਕੌਤਕ ਕੀਤਾ ਹੈ, ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ, ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ।